ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖੋਜ ਗੁਰਬਾਣੀ ਵਿੱਚ ਆਪ ਸਭ ਦਾ ਸਵਾਗਤ ਹੈ ਜੀ। ਸਭ ਨੂੰ ਜੀ ਆਇਆਂ ਜੀ। ਆਓ ਅਸੀਂ ਸਾਰੇ ਮਿਲ ਕੇ ਪਹਿਲਾਂ ਸ਼ਬਦ ਦਾ ਉਚਾਰਨ ਅਤੇ ਉਸ ਤੋਂ ਉਪਰੰਤ ਉਸ ਦੇ ਅਰਥ ਕਰਾਂਗੇ। ਅੱਜ 20ਵੇਂ ਸ਼ਬਦ ਦੀ ਵਾਰੀ ਹੈ ਜੀ। ਗੌੜੀ ਪੂਰਬੀ ਦੀਪਕੀ ਮਹੱਲਾ ਪਹਿਲਾ। ਏਕ ਓਂਕਾਰ ਸਤਿਗੁਰੂ ਪ੍ਰਸਾਦ। ਜੈ ਕਰ ਕਰਤੇ ਜੈ ਕਰ ਕੀਰਤ ਆਖੀਏ। ਕਰਤੇ ਕਾ ਹੋਏ ਵਿਚਾਰੋ। ਤਿਤ ਕਰ ਗਾਵੋ ਸੋਹਿਲਾ। ਸਵਰੇ ਸਿਰਜਣਹਾਰੋ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ। ਹਉ ਵਾਰੀ ਜਾਓ ਜਿਤ ਸੋਹਿਲਾ ਸਦਾ ਸੁਖ ਹੋਈ ਰਹਾਓ। ਨਿਤ ਨਿਤ ਜੀੜੇ ਸਮਾਲੀਅਨ ਦੇਖੇਗਾ ਦੇਵਨਹਾਰ। ਤਿਰ ਦਾਨੇ ਕੀਮਤ ਨਾ ਪਵੇ ਤਿਸ ਦਾਤੇ ਕਵਣ ਸਮਾਰ। ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਦੇ ਸੱਜਣ ਅਸੀਸੜੀਆਂ ਜਿਉ ਹੋਵੇ ਸਹਿਬ ਸਿਉ ਮੇਲ। ਕਰ ਖਾਰੇ ਹੋ ਪਹੁੰਚਾ ਸੜਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਕਰ ਖਾਰੇ ਹੋ ਪਹੁੰਚਾ ਸੱਦੜੇ ਨਿਤ ਪਵਨ। ਸੱਦਣ ਹਾਰਾ ਸਿਮਰਿਐ ਨਾਨਕ ਸੇ ਦੇ ਆਵਨ। ਇਸ ਸ਼ਬਦ ਵਿੱਚ ਗੁਰੂ ਜੀ ਸਾਨੂੰ ਦੱਸਦੇ ਹਨ ਕਿ ਜਿਸ ਸਤਸੰਗਤ ਰੂਪੀ ਘਰ ਵਿੱਚ ਉਸ ਕਰਤਾ ਪੁਰਖ ਦੀ ਪਰਮੇਸ਼ਰ ਦੀ ਸਿਫਤ ਸਲਾਹ ਕੀਤੀ ਜਾਂਦੀ ਹੈ, ਭਾਵ ਗੁਰਸ਼ਬਦ ਗੁਰਬਾਣੀ ਕਰਤੇ ਦੇ ਗੁਣਾਂ ਦਾ ਵਿਚਾਰ ਹੁੰਦਾ ਹੈ, ਉਸ ਘਰ ਵਿੱਚ ਬੈਠ ਕੇ ਕਰਤਾ ਪੁਰਖ ਦਾ ਜਸ ਗਾਇਨ ਕਰੋ, ਭਾਵ ਕੀਰਤਨ ਕਰੋ ਜੀ, ਅਤੇ ਉਸ ਸਿਰਜਣਹਾਰ ਨੂੰ ਗੁਰਸ਼ਬਦ ਗੁਰਬਾਣੀ ਦੁਆਰਾ ਸਿਮਰਦੇ ਰਹੋ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਸਤਸੰਗੀਓ, ਤੁਸੀਂ ਮੇਰੇ ਨਿਰਭਉ ਪਰਮੇਸ਼ਰ ਦਾ ਜਸ ਗਾਓ ਜੀ, ਭਾਵ ਗੁਰਸ਼ਬਦ ਗੁਰਬਾਣੀ ਨਾਮ ਨਾਲ ਜੁੜੋ ਜੀ, ਜਿਸ ਕਰਕੇ ਤੁਹਾਨੂੰ ਹਮੇਸ਼ਾ ਆਤਮਿਕ ਸੁੱਖ ਪ੍ਰਾਪਤ ਹੁੰਦਾ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮੈਂ ਜਿਹੜੇ ਲੋਕ ਇਹ ਕਰਦੇ ਹਨ ਜੀ, ਮੈਂ ਉਹਨਾਂ ਤੋਂ ਵਾਰ ਨਹੀਂ ਜਾਂਦਾ ਹਾਂ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਜਿੱਥੇ ਹਰ ਰੋਜ਼ ਜੀਵ ਸੰਭਾਲੇ ਜਾਂਦੇ ਹਨ, ਭਾਵ ਉਹਨਾਂ ਦੀ ਪਾਲਣਾ ਪੋਸਣਾ ਹੁੰਦੀ ਹੈ ਜੀ, ਉੱਥੇ ਤੈਨੂੰ ਵੀ ਦਾਤਾਂ ਦੇਣ ਵਾਲਾ ਦਾਤਾ ਵੇਖੇਗਾ ਜੀ, ਭਾਵ ਤੇਰੀ ਪਾਲਣਾ ਕਰੇਗਾ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਪਰ ਇੱਕ ਗੱਲ ਸਮਝ ਲੈ, ਤੇਰੇ ਪਾਸੋਂ ਉਸ ਦਾਤੇ ਦੇ ਦਾਨ ਦੀ ਕੀਮਤ ਕਦੀ ਨਹੀਂ ਪੈ ਸਕਦੀ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਦਾਤੇ ਦਾ ਕੀ ਸ਼ੁਮਾਰ ਹੈ ਜੀ, ਉਹ ਤਾਂ ਬੇਅੰਤ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਸਤਸੰਗੀ ਜਨੋ, ਵਿਆਹ ਦਾ ਸਮਤ ਲਿਖਿਆ ਹੋਇਆ ਹੈ, ਭਾਵ ਜਿੰਦ ਵਹੁਟੀ ਦਾ ਮੌਤ ਲਾੜੇ ਨਾਲ ਪਰਨਾਏ ਜਾਣ ਦਾ ਸਮਾਂ ਨਿਸ਼ਚਿਤ ਹੈ। ਫਿਰ ਸੋ ਤੁਸੀਂ ਸਖੀਆਂ ਸਹੇਲੀਆਂ ਮਿਲ ਕੇ ਮੈਨੂੰ ਸੰਗਲਾਂ ਦੇ ਤੇਲ ਦੀ ਥਾਂ ਗੁਰਸ਼ਬਦ ਗੁਰਬਾਣੀ ਪ੍ਰੇਮ ਰੂਪੀ ਭੇਟ ਚੜਾਓ ਜੀ, ਭਾਵ ਆਓ ਅਸੀਂ ਗੁਰਸ਼ਬਦ ਗੁਰਬਾਣੀ ਦੇ ਨਾਮ ਨਾਲ ਜੁੜੀਏ। ਫਿਰ ਗੁਰੂ ਜੀ ਕਹਿੰਦੇ ਹਨ, ਹੇ ਮਿੱਤਰੋ, ਮੈਨੂੰ ਉਸ ਗੁਰਸ਼ਬਦ ਪ੍ਰੀਤਮ ਭਾਵ ਗੁਰਸ਼ਬਦ ਗੁਰਬਾਣੀ ਪਾਸ ਜਾਣ ਲੱਗਿਆਂ ਪਰਮੇਸ਼ਰ ਕੋਲ ਗੁਰਬਾਣੀ ਰਾਹੀਂ ਜਾਣ ਲੱਗਿਆਂ ਸ਼ੁਭ ਅਸੀਸਾਂ ਦਿਓ ਜੀ, ਜਿਸ ਕਰਕੇ ਮੇਰਾ ਆਪਣੇ ਮਾਲਕ ਪਰਮੇਸ਼ਰ ਨਾਲ ਮਿਲਾਪ ਹੋ ਜਾਵੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਘਰ ਘਰ ਅੰਦਰ ਇਹੋ ਪਹੁੰਚਾ ਸੁਨੇਹਾ ਨਿਉਤਾ ਦਿੱਤਾ ਜਾ ਰਿਹਾ ਹੈ ਜੀ, ਅਤੇ ਮੌਤ ਰੂਪੀ ਸੱਦੇ ਹਰ ਰੋਜ਼ ਪੈ ਰਹੇ ਹਨ ਜੀ। ਇਸ ਲਈ ਸਦਾ ਭੇਜਣ ਵਾਲੇ ਪਰਮੇਸ਼ਰ ਨੂੰ ਗੁਰਸ਼ਬਦ ਗੁਰਬਾਣੀ ਦੁਆਰਾ ਨਾਮ ਦੁਆਰਾ ਸਿਮਰਨਾ ਚਾਹੀਦਾ ਹੈ ਜੀ, ਕਿਉਂਕਿ ਫਿਰ ਗੁਰੂ ਜੀ ਕਹਿੰਦੇ ਹਨ, ਹੇ ਭਾਈ, ਉਹ ਮੌਤ ਰੂਪੀ ਵਿਆਹ ਵਾਲੇ ਦਿਹਾੜੇ ਨੇੜੇ ਆ ਰਹੇ ਹਨ ਜੀ, ਭਾਵ ਉਮਰ ਬੀਤਦੀ ਜਾ ਰਹੀ ਹੈ ਜੀ, ਅਤੇ ਇਸ ਸਮੇਂ ਨੂੰ ਸਵਾਰ ਲਈਏ ਜੀ।
ਇਸ ਸ਼ਬਦ ਦਾ ਸਾਰ ਇਸ ਤਰ੍ਹਾਂ ਕਰੀਏ। ਜਿਨ੍ਹਾਂ ਪੰਕਤੀਆਂ ਵਿੱਚ ਗੁਰੂ ਜੀ ਕਹਿੰਦੇ ਹਨ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸਮਾਰ, ਕਰ ਹਰ ਇਹੋ ਪਹੁੰਚਾ, ਸਦੜੇ ਨਿਤ ਪਵਨ। ਭਾਵ ਗੁਰਸ਼ਬਦ ਗੁਰਬਾਣੀ ਰਾਹੀਂ ਉਸ ਪਰਮੇਸ਼ਰ ਨਾਲ ਜੁੜ, ਫਿਰ ਉਸ ਦਾਤਾਂ ਦੇਣ ਵਾਲੇ ਪਰਮੇਸ਼ਰ ਦੇ ਘਰ ਬਹੁਤ ਬੇਅੰਤ ਦਾਤਾਂ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਉਸ ਸਿਰਜਣਹਾਰ ਪਰਮੇਸ਼ਰ ਦਾ ਸੋਹਲਾ ਗਾਉਣ ਨਾਲ, ਭਾਵ ਗੁਰਸ਼ਬਦ ਗੁਰਬਾਣੀ ਨਾਮ ਦੁਆਰਾ ਸਦਾ ਹੀ ਸੁੱਖ ਪ੍ਰਾਪਤ ਹੁੰਦਾ ਹੈ ਜੀ, ਕਿਉਂਕਿ ਇਹ ਨਿਰਭੈ ਪਦ ਪ੍ਰਾਪਤ ਕਰਦਾ ਹੈ ਜੀ। ਭਾਵ ਕਿਸੇ ਤਰ੍ਹਾਂ ਦਾ ਡਰ ਨਹੀਂ ਲੱਗਦਾ ਜੀ, ਭਾਵ ਕਿਸੇ ਤਰ੍ਹਾਂ ਦੇ ਵਿਕਾਰ ਨਹੀਂ ਲੱਗਦੇ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਇਸ ਵਿੱਚ ਸੰਦੇਹ ਨਹੀਂ ਕਿ ਸੰਸਾਰ ਵਿੱਚ ਨਿਤ ਨਵੇਂ ਸੂਰਜ ਜੀਵ ਜੰਮਦੇ ਮਰਦੇ ਰਹਿੰਦੇ ਹਨ ਜੀ, ਪਰ ਸੰਸਾਰੀ ਲੋਕ ਜੰਮਣ ਉੱਤੇ ਖੁਸ਼ੀ ਤੇ ਮਰਨ ਤੇ ਸਿਆਪਾ ਕਰਦੇ ਹਨ ਜੀ, ਭਾਵ ਉਦਾਸ ਹੁੰਦੇ ਹਨ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਗੁਰੂ ਜੀ ਨੇ ਇਸ ਪੰਕਤੀ ਵਿੱਚ ਦੱਸਿਆ ਹੈ, ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ। ਇਸ ਸ਼ਬਦ ਪੰਕਤੀ ਨੂੰ ਉਚਾਰ ਕੇ ਸੋਗ ਦਾ ਨਾਮੋ ਨਿਸ਼ਾਨ ਹੀ ਮਿਟਾ ਦਿੱਤਾ ਹੈ ਜੀ, ਕਿਉਂਕਿ ਉਸ ਹਰੀ ਦਾ ਸੋਹਲਾ ਗਾਉਣ ਦੀ ਬਰਕਤ ਨਾਲ, ਭਾਵ ਗੁਰਸ਼ਬਦ ਗੁਰਬਾਣੀ ਨਾਮ ਸਿਮਰਨ ਕਰਨ ਨਾਲ ਸੋਗ ਦਾ ਨਾਮੋ ਨਿਸ਼ਾਨ ਹੀ ਮਿਟ ਜਾਂਦਾ ਹੈ ਜੀ, ਕਿਉਂਕਿ ਉਸ ਸੋਹਲਾ ਗਾਉਣ ਦੀ ਬਰਕਤ ਨਾਲ ਗਮੀ ਵੀ ਖੁਸ਼ੀ ਦੇ ਰੂਪ ਵਿੱਚ ਬਦਲ ਜਾਂਦੀ ਹੈ ਜੀ। ਭਾਵ ਉਸ ਸੁੱਖ ਦੁੱਖ ਨੂੰ ਵਾਹਿਗੁਰੂ ਦੀ ਰਜ਼ਾ ਸਮਝ ਕੇ ਇਹ ਸਮਝ ਆ ਜਾਂਦੀ ਹੈ ਕਿ ਇਹ ਦੋਵੇਂ ਦਾਤਾਂ ਉਸ ਪਰਮੇਸ਼ਰ ਦੀਆਂ ਦਿੱਤੀਆਂ ਹੋਈਆਂ ਹਨ ਜੀ, ਜੰਮਣ ਵੀ ਤੇ ਮਰਨ ਵੀ ਜੀ। ਫਿਰ ਹਰ ਹਾਲ ਵਿੱਚ ਉਸ ਰਜ਼ਾ ਨੂੰ ਮੰਨਣਾ ਹੈ ਜੀ, ਉਸੇ ਵਿੱਚ ਹੀ ਸੁੱਖ ਹੈ ਜੀ। ਫਿਰ ਗੁਰੂ ਜੀ ਕਹਿੰਦੇ ਹਨ, ਮਨੁੱਖ ਨੂੰ ਇਹ ਚੇਤਾਵਨੀ ਦਿੱਤੀ ਹੈ ਕਿ ਜਿਹੜਾ ਮੌਤ ਦਾ ਸੱਦਾ ਦੇਣ ਵਾਲਾ ਮਾਲਕ ਹੈ, ਉਸ ਨੂੰ ਹਰ ਵੇਲੇ ਗੁਰਸ਼ਬਦ ਗੁਰਬਾਣੀ ਨਾਮ ਨੂੰ ਸਿਮਰਦੇ ਰਹੋ, ਤਾਂ ਜੋ ਤੇਰੇ ਲਈ ਅੰਤ ਸਮੇਂ ਸੁਖਦਾਈ ਬਣੇ ਜੀ। ਗੁਰਸ਼ਬਦ ਗੁਰਬਾਣੀ ਨਾਮ ਨਾਲ ਉਸ ਵਾਹਿਗੁਰੂ ਨਾਲ ਜੁੜੋ ਅਤੇ ਫਿਰ ਉਸ ਪਰਮੇਸ਼ਰ ਦੇ ਹੁਕਮ ਦੀ, ਭਾਵ ਸੁੱਖ ਦੁੱਖ ਮੌਤ ਜਨਮ ਦੀ ਸਮਝ ਆਉਂਦੀ ਹੈ ਜੀ, ਅਤੇ ਉਸਦੇ ਰਜ਼ਾ ਦੀ ਸਮਝ ਆਉਂਦੀ ਹੈ ਜੀ। ਫਿਰ ਜਦੋਂ ਉਸ ਪਰਮਾਤਮਾ ਦੇ ਨਾਲ ਨਾਮ ਦੇ ਦੁਆਰਾ ਸਮਝ ਆਉਂਦੀ ਹੈ ਤਾਂ ਉਸ ਵਿੱਚ ਬੜਾ ਸੁੱਖ ਹੈ ਜੀ, ਅਤੇ ਉਸ ਸੁੱਖ ਨੂੰ ਪ੍ਰਾਪਤ ਕਰਦਿਆਂ ਆਪਣੇ ਹਰ ਮੂਲ ਦੇ ਨਾਲ ਦੀ ਜੁੜਨ ਦੀ ਸਮਝ ਹੁੰਦੀ ਹੈ ਜੀ। ਅੱਜ ਦਾ ਵਿਚਾਰ ਕਰਦਿਆਂ ਮੇਰੇ ਕੋਲੋਂ ਅਨੇਕਾਂ ਭੁੱਲਾਂ ਹੋਈਆਂ ਹੋਣਗੀਆਂ, ਉਸ ਵਾਸਤੇ ਮੈਂ ਖਿਮਾ ਦੀ ਜਾਚਕ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।